ਹੈਲੋ ਡੀਅਰ ਸਟੂਡੈਂਟ, ਅੱਜ ਅਸੀਂ ਕਾਵ ਕਿਆਰੀ ਪੁਸਤਕ ਵਿੱਚ ਦਰਜ ਸ਼ਾਹ ਮੁਹੰਮਦ ਜੀ ਦੀ ਰਚਨਾ ਕਿੱਸਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਦੇ ਪਹਿਲੇ ਪੈਰੇ ਦੀ ਵਿਆਖਿਆ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਸਾਰ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਸਟੂਡੈਂਟਸ, ਕਿੱਸਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਕਵੀ ਸ਼ਾਹ ਮੁਹੰਮਦ ਜੀ ਦੀ ਸ਼ਾਹਕਾਰ ਰਚਨਾ ਹੈ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਕੌਮੀ ਸ਼ਾਇਰ ਵੀ ਕਿਹਾ ਜਾਂਦਾ ਹੈ। ਇਸ ਕਿੱਸੇ ਦੇ ਕੁੱਲ 105 ਬੰਦ ਹਨ ਅਤੇ ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਕਾਵ ਕਿਆਰੀ ਵਿੱਚ ਇਸ ਕਿੱਸੇ ਦੇ ਕੁਝ ਬੰਦ ਸ਼ਾਮਲ ਕੀਤੇ ਗਏ ਹਨ। ਉਹਨਾਂ ਦੀ ਇਸ ਰਚਨਾ ਤੋਂ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪ੍ਰਗਟ ਹੁੰਦੀ ਹੈ। ਉਹਨਾਂ ਨੇ ਆਪਣੀ ਇਸ ਰਚਨਾ ਵਿੱਚ ਯੁੱਧ ਦਾ ਜੋ ਵਰਣਨ ਕੀਤਾ ਹੈ, ਉਸ ਤੋਂ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਜੀ ਪ੍ਰਤੀ ਅਪਾਰ ਸ਼ਰਧਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਸਲ ਵਿੱਚ ਕਵੀ ਸ਼ਾਹ ਮੁਹੰਮਦ ਜੀ ਆਪ ਵੀ ਕਿਸੇ ਸੈਨਿਕ ਟੁਕੜੀ ਨਾਲ ਸੰਬੰਧਿਤ ਸਨ। ਇਸ ਕਰਕੇ ਉਹਨਾਂ ਨੇ ਸਿੱਖ ਰਾਜ ਨੂੰ ਬਹੁਤ ਨੇੜਿਓਂ ਹੋ ਕੇ ਵੇਖਿਆ ਸੀ। ਸ਼ਾਹ ਮੁਹੰਮਦ ਜੀ ਨੇ ਆਪਣੀ ਇਸ ਰਚਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਦਸ਼ਾ, ਸਿੱਖ ਆਗੂਆਂ ਦੀਆਂ ਕੂਟਨੀਤੀਆਂ ਅਤੇ ਅੰਗਰੇਜ਼ਾਂ ਤੇ ਸਿੰਘਾਂ ਵਿਚਕਾਰ ਹੋਈ ਲੜਾਈ ਦਾ ਸਜੀਵ ਚਿੱਤਰ ਪੇਸ਼ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਲੜਾਈ ਵਿੱਚ ਭਾਵੇਂ ਸਿੰਘਾਂ ਦੀ ਹਾਰ ਹੋਈ ਸੀ, ਪਰ ਫਿਰ ਵੀ ਉਹਨਾਂ ਨੇ ਅੰਗਰੇਜ਼ਾਂ ਦਾ ਬਹੁਤ ਹੀ ਬਹਾਦਰੀ ਨਾਲ ਸਾਹਮਣਾ ਕੀਤਾ ਸੀ। ਕਵੀ ਸ਼ਾਹ ਮੁਹੰਮਦ ਜੀ ਨੇ ਇਸ ਕਿੱਸੇ ਦੇ ਆਰੰਭ ਵਿੱਚ ਨਾਸ਼ਵਾਨ ਸਰੀਰ ਦੀ ਅਟੱਲ ਸੱਚਾਈ ਤੇ ਚਾਨਣਾ ਪਾਉਂਦੇ ਹੋਏ ਲਿਖਿਆ ਹੈ ਕਿ ਇਹ ਸੰਸਾਰ ਮਨੁੱਖ ਲਈ ਇੱਕ ਮੁਸਾਫਰਖਾਨੇ ਵਾਂਗ ਹੈ। ਜਿਵੇਂ ਕਿ ਇੱਕ ਮੁਸਾਫਰ ਥੋੜ੍ਹੀ ਦੇਰ ਲਈ ਕਿਸੇ ਜਗ੍ਹਾ ਆਰਾਮ ਕਰਨ ਲਈ ਰੁਕਦਾ ਹੈ ਅਤੇ ਆਰਾਮ ਕਰਨ ਉਪਰੰਤ ਆਪਣੀ ਮੰਜ਼ਿਲ ਵੱਲ ਨੂੰ ਤੁਰ ਪੈਂਦਾ ਹੈ, ਉਸੇ ਤਰ੍ਹਾਂ ਹੀ ਹਰ ਮਨੁੱਖ ਪਹਿਲਾਂ ਇਸ ਦੁਨੀਆ ਵਿੱਚ ਜਨਮ ਲੈਂਦਾ ਹੈ ਅਤੇ ਫਿਰ ਮੌਤ ਹੋ ਜਾਣ 'ਤੇ ਉਸ ਨੂੰ ਇਸ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ। ਅਰਥਾਤ ਕੋਈ ਵੀ ਇਸ ਸੰਸਾਰ ਵਿੱਚ ਸਦੀਵੀ ਰੂਪ ਲਈ ਠਹਿਰ ਨਹੀਂ ਸਕਦਾ। ਬੇਸ਼ੱਕ ਇਸ ਸੰਸਾਰ ਵਿੱਚ ਸ਼ਦਾਦ, ਨਮਰੂਦ ਤੇ ਫਿਰੂਨ ਵਰਗੇ ਕਈ ਬਾਦਸ਼ਾਹਾਂ ਨੇ ਜਨਮ ਲਿਆ ਸੀ ਅਤੇ ਉਹਨਾਂ ਨੇ ਆਪਣੀ ਤਾਕਤ ਦੇ ਹੰਕਾਰ ਵਿੱਚ ਆਪਣੇ ਆਪ ਨੂੰ ਖੁਦਾ ਹੋਣ ਦਾ ਦਾਅਵਾ ਕੀਤਾ ਸੀ, ਪਰ ਅੰਤ ਵਿੱਚ ਉਹਨਾਂ ਨੂੰ ਵੀ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਸੀ। ਇਸੇ ਤਰ੍ਹਾਂ ਮੁਗਲ ਬਾਦਸ਼ਾਹ ਅਕਬਰ ਨੇ ਦਿੱਲੀ ਦੇ ਤਖਤ 'ਤੇ ਬੈਠ ਕੇ ਪੂਰੇ ਹਿੰਦੁਸਤਾਨ 'ਤੇ ਹਕੂਮਤ ਕੀਤੀ, ਪਰ ਅੰਤ ਵਿੱਚ ਉਸ ਨੂੰ ਵੀ ਮੌਤ ਹੋਣ ਉਪਰੰਤ ਇਸ ਸੰਸਾਰ ਤੋਂ ਵਣਜਾਰਿਆਂ ਵਾਲੀ ਫੇਰੀ ਪਾ ਕੇ ਜਾਣਾ ਪਿਆ। ਸੋ ਇਸ ਤਰ੍ਹਾਂ ਕਵੀ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਰਾਜ ਭਾਗ, ਸ਼ਾਨੋ ਸ਼ੌਕਤ ਸਭ ਝੂਠ ਹੈ ਤੇ ਸਿਰਫ ਪਰਮਾਤਮਾ ਦਾ ਨਾਮ ਹੀ ਸੱਚਾ ਹੈ, ਜੋ ਕਿ ਸਦੀਵੀ ਰੂਪ ਵਿੱਚ ਕਾਇਮ ਰਹਿਣ ਵਾਲਾ ਹੈ। ਕਵੀ ਸ਼ਾਹ ਮੁਹੰਮਦ ਜੀ ਲਿਖਦੇ ਹਨ ਕਿ ਸਮੇਂ ਦੇ ਗੇੜ ਨਾਲ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ, ਜੋ ਕਿ ਇੱਕ ਬਹਾਦਰ ਸੂਰਮਾ ਸੀ। ਉਹਨਾਂ ਨੇ ਆਪਣੀ ਦੂਰਅੰਦੇਸ਼ੀ ਅਤੇ ਵੀਰਤਾ ਨਾਲ ਸਦੀਆਂ ਤੋਂ ਪੰਜਾਬ ਨੂੰ ਲੁੱਟਦੇ ਆ ਰਹੇ ਗੁਆਂਢੀ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ ਤੇ ਕਾਂਗੜਾ ਵਰਗੀਆਂ ਰਿਆਸਤਾਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਅਤੇ ਲਗਭਗ 50 ਸਾਲ ਤੱਕ ਲਾਹੌਰ ਦੇ ਤਖਤ ਉੱਤੇ ਰਾਜ ਕੀਤਾ। ਪਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਬੁਰਸ਼ਾਗਰਦੀ ਫੈਲ ਗਈ ਅਤੇ ਸਰਦਾਰ, ਅਹੁਦੇਦਾਰ ਤੇ ਅਹਿਲਕਾਰ ਆਪਸ ਵਿੱਚ ਖਹਿ ਕੇ ਮਰਨ ਲੱਗੇ ਤੇ ਕੁਝ ਸਿੱਖ ਸਰਦਾਰਾਂ ਨੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੁੰਵਰ ਨੌ ਨਿਹਾਲ ਨਾਲ ਰਲ ਕੇ ਖੜਕ ਸਿੰਘ ਦੇ ਮਿੱਤਰ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ। ਤੇ ਜਦੋਂ ਮਹਾਰਾਜਾ ਖੜਕ ਸਿੰਘ ਨੂੰ ਆਪਣੇ ਮਿੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਉੱਚੀ ਧਾਹਾਂ ਮਾਰ ਕੇ ਰੋਇਆ ਅਤੇ ਉਸਨੇ ਆਪਣੇ ਮਿੱਤਰ ਚੇਤ ਸਿੰਘ ਬਾਜਵਾ ਦੀ ਮੌਤ ਦੇ ਗਮ ਵਿੱਚ ਡੁੱਬੇ ਹੋਏ ਲਾਹੌਰ ਦਰਬਾਰ ਨੂੰ ਇਹ ਬਦਅਸੀਸ ਦਿੱਤੀ ਕਿ ਜਿਸ ਰਾਜ ਵਿੱਚ
ਉਸ ਦੇ ਹੁੰਦਿਆਂ ਹੀ ਉਸ ਦੇ ਮਿੱਤਰ ਦਾ ਕਤਲ ਕਰ ਦਿੱਤਾ ਗਿਆ ਹੈ, ਉਹ ਦਰਬਾਰ ਤਬਾਹ ਹੋ ਜਾਵੇ। ਇਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਜੀ ਦੀ ਅਜਿਹੀ ਬਦ ਦੁਆ ਲੱਗੀ ਕਿ ਲਾਹੌਰ ਦਰਬਾਰ ਵਿੱਚ ਕਤਲੋ ਗਾਰਤ ਦਾ ਦੌਰ ਸ਼ੁਰੂ ਹੋ ਗਿਆ ਤੇ ਅੰਤ ਸਿੱਖ ਰਾਜ ਖੇਰੂ ਖੇਰੂ ਹੋ ਗਿਆ ਅਤੇ ਸਿੱਖ ਸਰਦਾਰਾਂ ਦੀ ਇਸੇ ਆਪਸੀ ਫੁੱਟ ਦਾ ਨਤੀਜਾ ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਲੜਾਈ ਦੇ ਰੂਪ ਵਿੱਚ ਨਿਕਲਿਆ, ਜਿਸ ਦੇ ਸਿੱਟੇ ਵਜੋਂ ਹਿੰਦੁਸਤਾਨੀ ਭਾਵ ਅੰਗਰੇਜ਼ੀ ਫੌਜਾਂ ਅਤੇ ਸਿੰਘਾਂ ਵਿਚਕਾਰ ਜੰਗ ਛਿੜ ਗਈ। ਇਸ ਜੰਗ ਵਿੱਚ ਸਿੰਘਾਂ ਦੀ ਫੌਜ ਨੇ ਬਹੁਤ ਹੀ ਬਹਾਦਰੀ ਨਾਲ ਅੰਗਰੇਜ਼ੀ ਫੌਜ ਦਾ ਸਾਹਮਣਾ ਕੀਤਾ, ਪਰ ਲਾਲ ਸਿੰਘ ਦੀ ਗੱਦਾਰੀ ਕਾਰਨ ਜਿੱਤਦੀ ਹੋਈ ਖਾਲਸਾ ਫੌਜ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਓਕੇ ਬੇਟਾ, ਹੁਣ ਇਸ ਤੋਂ ਬਾਅਦ ਜਿਸ ਪੈਰੇ ਦੀ ਅਸੀਂ ਅੱਜ ਵਿਆਖਿਆ ਕਰਨੀ ਹੈ, ਸਭ ਤੋਂ ਪਹਿਲਾਂ ਉਸ ਪੈਰੇ ਨੂੰ ਰੀਡ ਕਰਾਂਗੇ, ਠੀਕ ਹੈ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਦਾਦ ਨਮਰੂਦ ਫਿਰੂਨ ਜਿਹੇ ਦਾਵਾ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜਿਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਤੇ ਕਈ ਵਜਾਏ ਗਏ। ਠੀਕ ਹੈ, ਹੁਣ ਨੈਕਸਟ ਅਸੀਂ ਇਸ ਪੈਰੇ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਹੈ ਜੱਗ ਸੰਸਾਰ, ਸਰਾਏ ਮੁਸਾਫਰਖਾਨਾ ਜਾਂ ਸਰਾਂ, ਜ਼ੋਰ ਵਾਲੇ ਤਾਕਤ ਵਾਲੇ, ਖੁਦਾਏ ਰੱਬ। ਨੈਕਸਟ ਹੈ ਵਣਜਾਰਿਆਂ, ਵਣਜਾਰੇ ਹੁੰਦੇ ਬੇਟਾ ਵੰਗਾਂ ਵੇਚਣ ਵਾਲੇ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਵੰਗਾਂ ਵੇਚਣ। ਠੀਕ ਹੈ, ਨੈਕਸਟ ਵਰਡ ਹੈ ਕੂੜ ਝੂਠ। ਹੁਣ ਨੈਕਸਟ ਬੇਟਾ ਅਸੀਂ ਇਸ ਪੈਰੇ ਦੀ ਵਿਆਖਿਆ ਕਰਨੀ ਹੈ, ਪਰ ਸਭ ਤੋਂ ਪਹਿਲਾਂ ਦੇਖੋ ਕਿ ਅਸੀਂ ਆਪਣੀਆਂ ਕਾਪੀਜ਼ ਦੇ ਉੱਪਰ ਇਸ ਨੂੰ ਕਿਵੇਂ ਲਿਖਣਾ ਹੈ। ਠੀਕ ਹੈ, ਪਹਿਲਾਂ ਬੇਟਾ ਆ ਗਿਆ ਕਿੱਸਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ। ਠੀਕ ਹੈ, ਫਿਰ ਉਸ ਤੋਂ ਬਾਅਦ ਕਵੀ ਦਾ ਨਾਮ ਆ ਗਿਆ ਸ਼ਾਹ ਮੁਹੰਮਦ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਵਾਲਾ ਪੁਆਇੰਟ ਬਣਾਉਣਾ ਹੈ ਅਤੇ ਪ੍ਰਸੰਗ ਨਾਲ ਸੰਬੰਧਿਤ ਲਾਈਨਾਂ ਇੱਥੇ ਲਿਖਣੀਆਂ ਹਨ। ਠੀਕ ਹੈ, ਹੁਣ ਦੇਖੋ ਬੇਟਾ ਆਪਣੀ ਬੁੱਕ ਦੇ ਉੱਪਰ ਪੇਜ ਨੰਬਰ 15, ਪੇਜ ਨੰਬਰ 15 ਦੇ ਉੱਪਰ ਜਿੱਥੇ ਕਵੀ ਬਾਰੇ ਦੱਸਿਆ ਗਿਆ ਹੈ। ਠੀਕ ਹੈ, ਇੱਥੇ ਦੇਖੋ ਫਸਟ ਪੈਰਾ, ਪਹਿਲੇ ਫਸਟ ਲਾਈਨ, ਸ਼ਾਹ ਮੁਹੰਮਦ ਨੂੰ ਪੰਜਾਬੀ ਸਾਹਿਤ ਦਾ ਕੌਮੀ ਸ਼ਾਇਰ ਵੀ ਕਿਹਾ ਜਾਂਦਾ ਹੈ। ਠੀਕ ਹੈ, ਫਿਰ ਇਸ ਤੋਂ ਬਾਅਦ ਬੇਟਾ ਇਸੇ ਪੈਰੇ ਵਿੱਚ ਵੇਖੋ ਥਰਡ ਲਾਈਨ 'ਚ ਯੁੱਧ ਬਾਰੇ ਇਸ ਦੇ ਬਿਆਨ ਤੋਂ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਅਪਾਰ ਸ਼ਰਧਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਵੀ ਕਿਸੇ ਸੈਨਿਕ ਟੁਕੜੀ ਨਾਲ ਸੰਬੰਧਿਤ ਸੀ ਜਿਸ ਨੇ ਸਿੱਖ ਰਾਜ ਨੂੰ ਬੜੇ ਨੇੜਿਓਂ ਹੋ ਕੇ ਵੇਖਿਆ ਸੀ। ਹੁਣ ਇੱਥੇ ਪ੍ਰਤੀ ਦੇ ਸਪੈਲਿੰਗ ਬੇਟਾ ਪੱਪੇ ਪੈਰ ਚਰਾਰਾ ਤੱਤੀ ਨੂੰ ਬਿਹਾਰੀ ਆਣੀ ਹੈ। ਠੀਕ ਹੈ, ਪ੍ਰਤੀ। ਫਿਰ ਇਸੇ ਤਰ੍ਹਾਂ ਦੇਖੋ ਨੈਕਸਟ ਪੈਰਾ ਬੇਟਾ, ਆਪ ਦੀ ਜ਼ਿਆਦਾ ਪ੍ਰਸਿੱਧੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਕਾਰਨ ਹੋਈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦਾ ਸਜੀਵ ਚਿੱਤਰ ਪੇਸ਼ ਕੀਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਦਸ਼ਾ, ਸਿੱਖ ਆਗੂਆਂ ਦੀਆਂ ਕੂਟਨੀਤੀਆਂ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਦਾ ਵਰਣਨ ਕੀਤਾ ਗਿਆ ਹੈ। ਸ਼ਾਹ ਮੁਹੰਮਦ ਦੀ ਇਸ ਰਚਨਾ ਤੋਂ ਉਸ ਦੀ ਦੇਸ਼ ਪਿਆਰ ਦੀ ਭਾਵਨਾ ਪ੍ਰਗਟ ਹੁੰਦੀ ਹੈ। ਭਾਵੇਂ ਸਿੰਘਾਂ ਦੀ ਹਾਰ ਹੋਈ, ਪਰ ਫਿਰ ਵੀ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਭਾਵਪੂਰਤ ਢੰਗ ਨਾਲ ਕੀਤਾ ਗਿਆ ਹੈ। ਹੁਣ ਦੇਖੋ ਬੇਟਾ ਜੋ ਪੇਜ ਨੰਬਰ 15 ਦੇ ਉੱਪਰ ਇਹ ਲਾਈਨਾਂ ਕਵੀ ਨਾਲ ਸੰਬੰਧਿਤ ਦਿੱਤੀਆਂ ਗਈਆਂ ਹਨ, ਇੱਥੋਂ ਹੀ ਅਸੀਂ ਕੁਝ ਲਾਈਨਾਂ ਪ੍ਰਸੰਗ ਦੇ ਵਿੱਚ ਵੀ ਐਡ ਕਰਨੀਆਂ ਹਨ। ਠੀਕ ਹੈ, ਅਤੇ ਇੱਥੋਂ ਤੁਸੀਂ ਹੈਲਪ ਲੈ ਸਕਦੇ ਹੋ। ਓਕੇ, ਹੁਣ ਦੇਖੋ ਬੇਟਾ ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਲਿਖਾਂਗੇ। ਪਹਿਲੇ ਪ੍ਰਸੰਗ ਵਾਲੀਆਂ ਲਾਈਨਾਂ ਦੇਖੋ, ਕਿੱਸਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ, ਕਵੀ ਸ਼ਾਹ ਮੁਹੰਮਦ ਜੀ ਦੀ ਸ਼ਾਹਕਾਰ ਰਚਨਾ ਹੈ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਕੌਮੀ ਸ਼ਾਇਰ ਵੀ ਕਿਹਾ ਜਾਂਦਾ ਹੈ। ਇਸ ਕਿੱਸੇ ਦੇ ਕੁੱਲ 105 ਬੰਦ ਹਨ ਅਤੇ ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਕਾਵ ਕਿਆਰੀ ਵਿੱਚ ਇਸ ਕਿੱਸੇ ਦੇ ਕੁਝ ਬੰਦ ਸ਼ਾਮਲ ਕੀਤੇ ਗਏ ਹਨ। ਉਹਨਾਂ ਦੀ ਇਸ ਰਚਨਾ ਤੋਂ ਦੇਸ਼ ਪ੍ਰਤੀ ਪਿਆਰ ਦੀ ਭਾਵਨਾ
ਪ੍ਰਗਟ ਹੁੰਦੀ ਹੈ। ਉਹਨਾਂ ਨੇ ਆਪਣੀ ਇਸ ਰਚਨਾ ਵਿੱਚ ਯੁੱਧ ਦਾ ਜੋ ਵਰਣਨ ਕੀਤਾ ਹੈ ਉਸ ਤੋਂ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਜੀ ਪ੍ਰਤੀ ਅਪਾਰ ਸ਼ਰਧਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਸਲ ਵਿੱਚ ਸ਼ਾਹ ਮੁਹੰਮਦ ਜੀ ਆਪ ਵੀ ਕਿਸੇ ਸੈਨਿਕ ਟੁਕੜੀ ਨਾਲ ਸੰਬੰਧਿਤ ਸਨ। ਇਸ ਕਰਕੇ ਉਹਨਾਂ ਨੇ ਸਿੱਖ ਰਾਜ ਨੂੰ ਬਹੁਤ ਹੀ ਨੇੜਿਓਂ ਹੋ ਕੇ ਵੇਖਿਆ ਸੀ। ਠੀਕ ਹੈ, ਸ਼ਾਹ ਮੁਹੰਮਦ ਜੀ ਨੇ ਆਪਣੀ ਇਸ ਰਚਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਦਸ਼ਾ, ਸਿੱਖ ਆਗੂਆਂ ਦੀਆਂ ਕੂਟਨੀਤੀਆਂ ਅਤੇ ਅੰਗਰੇਜ਼ਾਂ ਤੇ ਸਿੰਘਾਂ ਵਿਚਕਾਰ ਹੋਈ ਲੜਾਈ ਦਾ ਸਜੀਵ ਚਿੱਤਰ ਪੇਸ਼ ਕੀਤਾ ਹੈ ਤੇ ਦੱਸਿਆ ਹੈ ਕਿ ਇਸ ਲੜਾਈ ਵਿੱਚ ਭਾਵੇਂ ਸਿੰਘਾਂ ਦੀ ਹਾਰ ਹੋਈ ਸੀ ਪਰ ਫਿਰ ਵੀ ਉਹਨਾਂ ਨੇ ਅੰਗਰੇਜ਼ਾਂ ਦਾ ਬਹੁਤ ਹੀ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਸੀ। ਠੀਕ ਹੈ, ਇੱਥੇ ਤੱਕ ਬੇਟਾ ਸਾਡਾ ਪ੍ਰਸੰਗ ਜੋ ਹੈ ਉਹ ਕੰਪਲੀਟ ਹੋ ਜਾਂਦਾ ਹੈ। ਹੁਣ ਦੇਖੋ ਬੇਟਾ ਨੈਕਸਟ ਪੁਆਇੰਟ ਆਉਂਦਾ ਹੈ ਸੰਕੇਤ। ਪਹਿਲਾਂ ਅਸੀਂ ਇਸ ਪੈਰੇ ਦੀ ਫਸਟ ਲਾਈਨ ਦੇਖਾਂਗੇ। ਇਹ ਜੱਗ ਸਰਾਏ ਮੁਸਾਫਰਾਂ ਦੀ। ਠੀਕ ਹੈ, ਸੰਕੇਤ ਵਿੱਚ ਅਸੀਂ ਲਿਖ ਲਏ ਬੇਟਾ ਫਸਟ ਵਰਡ ਇਹ ਜੱਗ, ਫਿਰ ਡੈਸ਼ ਡੈਸ਼। ਇਸ ਤੋਂ ਬਾਅਦ ਇਸ ਪੈਰੇ ਦੀ ਲਾਸਟ ਲਾਈਨ ਦੇਖੋ, ਵਾਜੇ ਕੂੜ ਤੇ ਕਈ ਵਜਾਏ ਗਏ। ਠੀਕ ਹੈ, ਤੇ ਸੰਕੇਤ ਵਿੱਚ ਬੇਟਾ ਅਸੀਂ ਲਾਸਟ ਵਰਡ ਲੈ ਲਏ ਵਜਾਏ ਗਏ। ਠੀਕ, ਨੈਕਸਟ ਪੁਆਇੰਟ ਸਾਡਾ ਆ ਜਾਂਦਾ ਹੈ ਵਿਆਖਿਆ ਦਾ, ਤੇ ਇਹ ਵਿਆਖਿਆ ਜੋ ਹੈ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਫਸਟ 2 ਲਾਈਨਸ ਹੈ ਉਹ ਰੀਡ ਕਰਾਂਗੇ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਠੀਕ, ਨੈਕਸਟ ਬੇਟਾ ਇਸ ਦੀ ਵਿਆਖਿਆ ਦੇਖੋ। ਕਵੀ ਸ਼ਾਹ ਮੁਹੰਮਦ ਨੇ ਇਸ ਕਿੱਸੇ ਦੇ ਆਰੰਭ ਵਿੱਚ ਨਾਸ਼ਵਾਨ ਸਰੀਰ ਦੀ ਅਟੱਲ ਸੱਚਾਈ ਤੇ ਚਾਨਣਾ ਪਾਉਂਦੇ ਹੋਏ ਲਿਖਿਆ ਹੈ ਕਿ ਇਹ ਸੰਸਾਰ ਮਨੁੱਖ ਦੇ ਲਈ ਇੱਕ ਮੁਸਾਫਰਖਾਨੇ ਵਾਂਗ ਹੈ। ਜਿਵੇਂ ਕਿ ਇੱਕ ਮੁਸਾਫਰ ਥੋੜ੍ਹੀ ਦੇਰ ਲਈ ਕਿਸੇ ਜਗ੍ਹਾ ਆਰਾਮ ਕਰਨ ਲਈ ਰੁਕਦਾ ਹੈ ਅਤੇ ਆਰਾਮ ਕਰਨ ਉਪਰੰਤ ਆਪਣੀ ਮੰਜ਼ਿਲ ਵੱਲ ਨੂੰ ਤੁਰ ਪੈਂਦਾ ਹੈ, ਉਸੇ ਤਰ੍ਹਾਂ ਹੀ ਹਰ ਮਨੁੱਖ ਪਹਿਲਾਂ ਇਸ ਧਰਤੀ 'ਤੇ ਜਨਮ ਲੈਂਦਾ ਹੈ ਅਤੇ ਮੌਤ ਹੋ ਜਾਣ 'ਤੇ ਉਸ ਨੂੰ ਵੀ ਇਸ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ। ਅਰਥਾਤ ਕੋਈ ਵੀ ਇਸ ਸੰਸਾਰ ਵਿੱਚ ਸਦੀਵੀ ਰੂਪ ਵਿੱਚ ਠਹਿਰ ਨਹੀਂ ਸਕਦਾ। ਬੇਸ਼ੱਕ ਕਈ ਤਾਕਤ ਵਾਲੇ ਮਹਾਰਾਜੇ ਯੋਧਿਆਂ ਨੇ ਇਸ ਸੰਸਾਰ ਵਿੱਚ ਜਨਮ ਲਿਆ, ਪਰ ਅੰਤ ਵਿੱਚ ਉਹਨਾਂ ਨੂੰ ਵੀ ਇਸ ਸੰਸਾਰ ਨੂੰ ਛੱਡ ਕੇ ਜਾਣਾ ਪਿਆ। ਠੀਕ ਹੈ, ਨੈਕਸਟ ਲਾਈਨ ਦੇਖੋ ਬੇਟਾ, ਸ਼ਦਾਦ ਨਮਰੂਦ ਫਿਰੂਨ ਜਿਹੇ ਦਾਵਾ ਬੰਨ ਖੁਦਾਏ ਕਹਾਏ ਗਏ। ਇਸੇ ਤਰ੍ਹਾਂ ਹੀ ਅਰਬ ਦੇਸ਼ਾਂ ਦੇ ਮੁਸਲਮਾਨੀ ਬਾਦਸ਼ਾਹ ਜਿਵੇਂ ਕਿ ਸ਼ਦਾਦ, ਨਮਰੂਦ, ਫਿਰੌਨ, ਠੀਕ ਹੈ, ਜੋ ਕਿ ਆਪਣੀ ਤਾਕਤ ਦੇ ਹੰਕਾਰ ਵਿੱਚ ਆਪਣੇ ਆਪ ਨੂੰ ਖੁਦਾ ਹੋਣ ਦਾ ਦਾਅਵਾ ਕਰਦੇ ਸਨ, ਆਪਣੇ ਆਪ ਨੂੰ ਇੱਕ ਖੁਦਾ ਮੰਨਦੇ ਸਨ, ਉਹਨਾਂ ਨੂੰ ਵੀ ਮੌਤ ਦੇ ਮੂੰਹ ਜਾਣਾ ਪਿਆ ਸੀ। ਠੀਕ ਹੈ, ਨੈਕਸਟ ਲਾਈਨ ਦੇਖੋ ਬੇਟਾ, ਅਕਬਰ ਸ਼ਾਹ ਜਿਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ। ਹੁਣ ਦੇਖੋ ਬੇਟਾ, ਵਣਜਾਰੇ ਕੌਣ ਹੁੰਦੇ ਹਨ? ਵੰਗਾਂ ਵੇਚਣ ਵਾਲੇ, ਜਿਹੜੇ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਪਣੀਆਂ ਚੀਜ਼ਾਂ ਨੂੰ ਵੇਚਣ ਲਈ, ਆਪਣੀਆਂ ਵੰਗਾਂ ਨੂੰ ਵੇਚਣ ਦੇ ਲਈ ਫੇਰੀਆਂ ਲਗਾਉਂਦੇ ਰਹਿੰਦੇ ਹਨ, ਘੁੰਮਦੇ ਰਹਿੰਦੇ ਹਨ। ਠੀਕ ਹੈ, ਇੱਥੇ ਕਵੀ ਸ਼ਾਹ ਮੁਹੰਮਦ ਜੀ ਸਪਸ਼ਟ ਕਰਦੇ ਹਨ ਕਿ ਇਸੇ ਤਰ੍ਹਾਂ ਹੀ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਅਕਬਰ ਨੇ ਬੇਸ਼ੱਕ ਦਿੱਲੀ ਦੇ ਤਖਤ ਉੱਤੇ ਬੈਠ ਕੇ ਪੂਰੇ ਹਿੰਦੁਸਤਾਨ 'ਤੇ ਹਕੂਮਤ ਕੀਤੀ, ਪਰ ਅੰਤ ਵਿੱਚ ਮੌਤ ਹੋ ਜਾਣ 'ਤੇ ਉਹਨਾਂ ਨੂੰ ਵੀ ਇਸ ਸੰਸਾਰ ਤੋਂ ਵਣਜਾਰਿਆਂ ਵਾਲੀ ਫੇਰੀ ਪਾ ਕੇ ਆਪਣਾ ਸਾਰਾ ਰਾਜ ਭਾਗ ਛੱਡ ਕੇ ਜਾਣਾ ਪਿਆ ਸੀ। ਨੈਕਸਟ ਲਾਈਨਸ ਬੇਟਾ ਦੇਖੋ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਤੇ ਕਈ ਵਜਾਏ ਗਏ। ਇੱਥੇ ਕਵੀ ਸ਼ਾਹ ਮੁਹੰਮਦ ਜੀ ਨੇ ਲਿਖਿਆ ਹੈ ਕਿ ਇਸ ਸੰਸਾਰ ਵਿੱਚ ਕਈ ਰਾਜਿਆਂ ਮਹਾਰਾਜਿਆਂ ਨੇ ਜਨਮ ਲਿਆ ਸੀ, ਪਰ ਉਹਨਾਂ ਦਾ ਇਹ ਰਾਜ ਭਾਗ, ਸ਼ਾਨੋ ਸ਼ੌਕਤ ਸਭ ਝੂਠ ਸੀ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਸੱਚਾ ਹੈ, ਜੋ ਕਿ ਸਦੀਵੀ ਰੂਪ ਵਿੱਚ ਕਾਇਮ ਰਹਿਣ ਵਾਲਾ ਹੈ। ਠੀਕ ਹੈ, ਓਕੇ ਬੇਟਾ, ਇੱਥੇ ਤੱਕ ਸਾਡੇ ਫਸਟ ਪੈਰੇ ਦੀ ਜੋ ਵਿਆਖਿਆ ਹੈ ਉਹ ਕੰਪਲੀਟ ਹੋ ਗਈ ਹੈ।
ਤੇ ਇਹ ਵਿਆਖਿਆ ਤੁਸੀਂ ਪ੍ਰਸੰਗ ਸਹਿਤ ਆਪਣੀਆਂ ਕਾਪੀਜ਼ ਦੇ ਉੱਪਰ ਲਿਖਣੀ ਹੈ। ਠੀਕ ਹੈ। ਤੇ ਇਸ ਤੋਂ ਬਾਅਦ ਬੇਟਾ ਜੋ ਸੈਕਿੰਡ ਪੈਰਾ ਤੇ ਥਰਡ ਪੈਰਾ, ਠੀਕ ਹੈ, ਸਾਡਾ ਇਹੋ ਸੀ ਕੌਲ ਕਰਾਰਮੀਆਂ। ਇਹਨਾਂ ਦੋਵਾਂ ਪੈਰਿਆਂ ਦੇ ਬੇਟਾ ਤੁਸੀਂ ਵਰਡ ਮੀਨਿੰਗ ਪਲਾਨ ਕਰਨੇ ਹਨ। ਠੀਕ ਹੈ। ਓਕੇ ਬੇਟਾ, ਥੈਂਕ ਯੂ।